ਅੱਜ ਦੇ ਆਪਣੇ ਕਰੰਟ ਅਫੇਅਰ 20 ਮਈ 2001 ਦੇ। ਤੁਸੀਂ ਇੱਕ ਅੱਜ ਕੱਲ ਜਿਹੜਾ ਕੋਵਿਡ ਫੈਲਿਆ ਹੋਇਆ, ਅੱਜ ਕੱਲ ਤੁਸੀਂ ਇੱਕ ਹੋਰ ਖਬਰ ਉਹਦੇ ਨਾਲ ਸੁਣੀ ਹੋਊਗੀ ਕਿ ਕਈ ਲੋਕਾਂ ਦੀਆਂ ਅੱਖਾਂ ਵੀ ਕੋਵਿਡ 'ਚ ਜਾ ਰਹੀਆਂ, ਕੰਨ ਵੀ ਸੁਣਨਾ ਬੰਦ ਹੋ ਰਿਹਾ। ਉਹ ਗੱਲ ਹੈ ਕੀ, ਉਹ ਕਿਸ ਚੀਜ਼ ਬਾਰੇ ਆ? ਦੇਖੋ, ਉਹ ਜਿਹੜੀਆਂ ਅੱਜ ਕੱਲ ਖਬਰਾਂ ਆ ਰਹੀਆਂ ਨਾ ਕਿ ਲੋਕਾਂ ਦੀਆਂ ਕਈਆਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਕੋਵਿਡ, ਉਹ ਐਕਚੁਅਲੀ ਜਿਹੜੀ ਚੀਜ਼ ਹੈ, ਜਿਹੜੀ ਅਸਲੀਅਤ ਜਿਹੜੀ ਚੀਜ਼ ਹੈ, ਉਹ ਕੋਵਿਡ ਕਾਰਨ ਨਹੀਂ ਹੋ ਰਹੀ। ਉਹਨੇ ਇੱਕ ਹੋਰ ਬਿਮਾਰੀ ਨਾਲ ਸ਼ੁਰੂ ਹੋ ਗਈ ਆ। ਉਹ ਹੈਗੀ ਆ ਮੂਕਰੋਮਾਈਕਸ। ਆ ਜਿਹੜੀ ਬਿਮਾਰੀ ਆ, ਜਾਂ ਜਿਹਨੂੰ ਆਪਾਂ ਕਹਿੰਦੇ ਆ ਬਲੈਕ ਫੰਗਸ, ਮਿਊਕਰੋਮਾਈਕਸ, ਜਾਂ ਜਿਹਨੂੰ ਆਪਾਂ ਬਲੈਕ ਫੰਗਸ ਕਹਿੰਦੇ ਆ। ਠੀਕ ਹੈ, ਇਹ ਇੱਕ ਨਾ ਉੱਲੀ ਦੀ ਪ੍ਰਜਾਤੀ ਆ, ਉਹ ਤੋਂ ਹੋਣ ਵਾਲੀ ਬਿਮਾਰੀ ਆ। ਇਹਦੇ ਨਾਲ ਹੁੰਦਾ ਕੀ ਹੈ, ਇਹ ਮਤਲਬ ਜਿਹੜੀ ਇਹ ਪਹਿਲੀ ਗੱਲ ਤਾਂ ਜਿਹੜੀ ਬਿਮਾਰੀ ਹੈ, ਇਹ ਹੈਗੀ ਮਤਲਬ ਕਿੱਥੇ ਮੌਜੂਦ ਹੈ, ਫੈਲਦੀ ਕਿੱਦਾਂ? ਦੇਖੋ, ਇਹ ਜਿਹੜੀ ਬਿਮਾਰੀ ਹੈ, ਇਹ ਆਪਣੇ ਸਾਰੇ ਵਿਗਿਆਨਿਕਾਂ ਨੇ ਪਤਾ ਕਰਕੇ ਇਹ ਲਗਾਇਆ ਕਿ ਆਪਾਂ ਸਾਰਿਆਂ ਦੇ ਅੰਦਰ ਇਹ ਉੱਲੀ ਪਹਿਲਾਂ ਹੀ ਹੈਗੀ ਹੈ। ਮਤਲਬ ਇਹ ਉੱਲੀ ਦੀ ਜਿਹੜੀ ਪ੍ਰਜਾਤੀ ਹੈ ਆਪਾਂ ਸਾਰਿਆਂ ਦੇ ਅੰਦਰ ਹੈਗੀ ਆ। ਇਹਦੇ ਇਲਾਵਾ ਜਿੰਨੇ ਆਪਣੇ ਖੇਤਾਂ ਦੇ ਅੰਦਰ ਮਿੱਟੀ ਹੈ, ਉਹਨਾਂ ਤੋਂ ਜਿੰਨੀਆਂ ਫਸਲਾਂ ਉਗਦੀਆਂ ਆਪਾਂ, ਕਿਉਂਕਿ ਬਹੁਤ ਸਾਰੇ ਫਲ ਫਰੂਟ ਜੋ ਵੀ ਆਪਾਂ ਖਾਂਦੇ ਆ, ਉਹਨਾਂ ਦੇ ਅੰਦਰੋਂ ਵੀ ਇਹ ਆਪਣੇ ਸਰੀਰ ਦੇ ਅੰਦਰ ਜਾਂਦੀ ਹੀ ਜਾਂਦੀ ਹੈ। ਮਤਲਬ ਇਹ ਬਿਮਾਰੀ ਕੋਈ ਨਵੀਂ ਨਹੀਂ ਹੈ, ਇਹ ਬਿਮਾਰੀ ਬਹੁਤ ਹੀ ਪੁਰਾਣੀ ਹੈ। ਬਸ ਗੱਲ ਇਹ ਹੋ ਗਈ ਹੈ ਕਿ ਅੱਜ ਕੱਲ ਜਿਹੜੇ ਹੁਣ ਤੁਹਾਡੇ ਕੋਵਿਡ ਦੇ ਬਹੁਤ ਹੀ ਸੰਗੀਨ ਮਾਮਲੇ ਆ, ਠੀਕ ਹੈ, ਜਿਹੜੇ ਲੋਕ ਬਹੁਤ ਹੀ ਸੰਗੀਨ ਮਾਮਲੇ ਗੰਭੀਰ ਹੋ ਜਾਂਦੇ, ਬਹੁਤ ਹੀ ਸੀਰੀਅਸ ਕੰਡੀਸ਼ਨ ਚ ਹੁੰਦੇ ਆ, ਉਹਨਾਂ ਦੇ ਨਾਲ ਇੱਕ ਬਹੁਤ ਵੱਡੀ ਪ੍ਰੋਬਲਮ ਹੋ ਰਹੀ ਹੈ। ਉਹਨਾਂ ਦੇ ਨਾਲ ਕੀ ਚੀਜ਼ ਹੋ ਰਹੀ ਹੈ? ਦੇਖੋ, ਹੁੰਦਾ ਕੀ ਆ, ਜਦ ਵੀ ਕਿਸੇ ਨੂੰ, ਪਹਿਲੀ ਗੱਲ ਤਾਂ ਸਾਰਿਆਂ ਨੂੰ, ਚਲੋ ਸਾਰੇ ਦੇ ਸਾਰੇ ਬਹੁਤ ਹੀ ਸੰਗੀਨ ਤੌਰ ਤੇ ਬਿਮਾਰ ਨਹੀਂ ਵੀ ਪੈਂਦੇ, ਪਰ ਜਿਨ੍ਹਾਂ ਨੂੰ ਕੋਵਿਡ ਬਹੁਤ ਹੀ ਜ਼ਿਆਦਾ ਫੈਲ ਜਾਂਦਾ ਹੈ ਤੇ ਬਹੁਤ ਹੀ ਬੁਰੀ ਹਾਲਤ ਉਹਨਾਂ ਦੀ ਹੋ ਜਾਂਦੀ ਹੈ, ਉਹਨਾਂ 'ਚ ਹੁੰਦਾ ਕੀ ਹੈ, ਮਤਲਬ ਜਿਵੇਂ ਹੀ, ਮਤਲਬ ਪਹਿਲਾਂ ਆਪਾਂ ਕੋਵਿਡ ਤੋਂ ਚਲੋ ਸ਼ੁਰੂ ਕਰਦੇ ਹਾਂ। ਕੋਵਿਡ 'ਚ ਹੁੰਦਾ ਕੀ ਹੈ? ਕੋਵਿਡ ਨਾ ਆਪਣੇ ਆਪ 'ਚ ਇੱਕ ਵਾਇਰਸ ਹੈ। ਕੋਵਿਡ ਆਪਣੇ ਆਪ 'ਚ ਇੱਕ ਵਾਇਰਸ ਹੈ। ਹੁਣ ਵਾਇਰਸ ਹੁੰਦਾ ਕੀ ਹੈ, ਜਿਵੇਂ ਹੀ ਆਪਣੇ ਸਰੀਰ ਦੇ ਅੰਦਰ ਜਾਂਦਾ ਹੈ ਨਾ, ਆਪਣੇ ਸਰੀਰ ਦੇ ਅੰਦਰ ਜਾਂਦੇ ਹੀ ਆਪਣੀ ਪ੍ਰਤੀਰੋਧਤਾ ਪ੍ਰਣਾਲੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਆ ਇਮਿਊਨ ਸਿਸਟਮ। ਆਪਣੀ ਬਾਡੀ ਇਹਦੇ ਨਾਲ, ਜਿਹੜਾ ਆਪਣਾ ਸਰੀਰ ਹੈ, ਉਹ ਇਹਦੇ ਨਾਲ ਨਾ ਲੜਨਾ ਸ਼ੁਰੂ ਕਰ ਦਿੰਦਾ ਹੈ, ਲਗਾਤਾਰ ਇਹਦੇ ਨਾਲ ਲੜਦਾ ਹੈ। ਕੋਈ ਵੀ ਬਿਮਾਰੀ ਆਪਣੇ ਸਰੀਰ 'ਚ ਜਾਂਦੀ ਹੈ, ਜਿਵੇਂ ਆਪਾਂ ਨੂੰ ਜੋ ਸਰਦੀ ਜ਼ੁਕਾਮ ਹੀ ਹੁੰਦਾ, ਖੰਘ ਹੀ ਲੱਗਦੀ ਹੈ, ਉਸ ਟਾਈਮ ਵੀ ਆਪਣਾ ਸਰੀਰ ਅੰਦਰੋਂ ਲਗਾਤਾਰ ਲੜ ਰਿਹਾ ਹੁੰਦਾ। ਠੀਕ ਹੈ, ਜਦੋਂ ਇਹ ਲੜਾਈ ਦੇ ਅੰਦਰ ਹੁੰਦਾ ਕੀ, ਆਪਣੇ ਸਰੀਰ, ਆਪਾਂ ਜਦੋਂ ਪਤਾ ਹੀ ਹੈ, ਜਦੋਂ ਆਪਾਂ ਨੂੰ ਕਈ ਵਾਰੀ ਬੁਖਾਰ ਜਾਂ ਕੁਝ ਹੁੰਦਾ, ਆਪਾਂ ਬੜਾ ਹੀ ਕਮਜ਼ੋਰ ਮਹਿਸੂਸ ਕਰਨ ਲੱਗ ਜਾਂਦੇ ਹਾਂ, ਕਿਉਂਕਿ ਆਪਣੇ ਸਾਰੇ ਸਰੀਰ ਦੀ ਜਾਨ ਇਸੇ ਚੀਜ਼ 'ਚ ਲੱਗ ਜਾਂਦੀ ਹੈ ਕਿ ਆ ਜਿਹੜਾ ਵਾਇਰਸ ਆ ਗਿਆ, ਆ ਕੋਈ ਵੀ ਬਿਮਾਰੀ ਆਪਣੇ ਅੰਦਰ ਜਿਹੜੀ ਆ ਗਈ, ਇਹਨੂੰ ਕਿੱਦਾਂ ਹਰਾਣਾ। ਤਾਂ ਇਹ ਸਾਰਾ ਕੰਮ ਜਿਹੜਾ ਹੈਗਾ, ਆਪਣਾ ਇਮਿਊਨ ਸਿਸਟਮ ਜਾਂ ਪ੍ਰਤੀਰੋਧਤਾ ਪ੍ਰਣਾਲੀ ਆਪਣੇ ਅੰਦਰ ਜਿਹੜੀ ਹੈਗੀ ਆ, ਉਹ ਕਰਦੀ ਹੈ। ਹੁਣ ਆਹ ਜਦੋਂ ਸਾਰਾ ਕੰਮ ਹੋ ਰਿਹਾ ਹੁੰਦਾ, ਆਪਣਾ ਸਰੀਰ ਬਹੁਤ ਹੀ ਕਮਜ਼ੋਰ ਪੈ ਜਾਂਦਾ। ਹੁਣ ਕੋਵਿਡ ਵਿੱਚ ਹੋ ਕੀ ਰਿਹਾ, ਜਿਹੜੇ ਬਹੁਤ ਹੀ ਸੰਗੀਨ ਕੇਸ ਆ ਰਹੇ, ਜਿਹੜੇ ਬਹੁਤ ਹੀ ਗੰਭੀਰ ਹੋ ਜਾਂਦੇ ਚੀਜ਼ਾਂ 'ਚ, ਉਹਨਾਂ ਨਾਲ ਦਿੱਕਤ ਕੀ ਹੋ ਰਹੀ ਹੈ, ਉਹਨਾਂ ਦਾ ਪੂਰਾ ਸਰੀਰ ਜ਼ੋਰ ਲਗਾ ਦਿੰਦਾ ਹੈ ਕਿ ਕਿਸ ਤਰੀਕੇ ਨਾਲ ਇਸ ਬਿਮਾਰੀ ਨੂੰ ਹਰਾਇਆ ਜਾਵੇ। ਹੁਣ ਅਗਲੇ ਕੀ ਕਹਿੰਦੇ, ਵੈਂਟੀਲੇਟਰ ਤੇ ਵੀ ਪਹੁੰਚ ਜਾਂਦੇ ਆ, ਆਈਸੀਯੂ ਵਿੱਚ ਵੀ ਦਾਖਲਾ ਦੇਣਾ ਪੈਂਦਾ। ਉਹਨਾਂ ਨੂੰ ਨਾ, ਜਿਹੜੇ ਹੁਣ ਬਹੁਤ ਹੀ ਸੰਗੀਨ ਕੇਸ ਹੈ, ਉਹਨਾਂ ਨੂੰ ਬਚਾਉਣ ਲਈ ਅੱਡ ਤੋਂ ਨਾ, ਜਿਹੜੇ ਤੁਹਾਡੇ ਸਟੀਰੋਇਡ ਹੁੰਦੇ ਆ, ਉਹਨਾਂ ਦੇ ਟੀਕੇ ਵੀ ਲਾਏ ਜਾਂਦੇ ਆ। ਹੁਣ ਸਟੀਰੋਇਡ ਕਰਦੇ ਕੀ ਆਪਣੇ ਸਰੀਰ 'ਚ, ਆਪਣੇ ਸਰੀਰ ਨੂੰ ਅਚਾਨਕ ਸ਼ਕਤੀ ਦਿੰਦੇ ਆ ਕਿ ਉਹ ਵਾਪਸ ਲੜ ਸਕੇ। ਪਰ ਇਹ ਸਟੀਰੋਇਡ ਨਾਲ ਹੁੰਦਾ ਕੀ ਹੈ, ਇੱਕ ਵਾਰੀ ਲਈ ਤਾਂ ਸ਼ਕਤੀ ਦਊਗਾ, ਪਰ ਉਦੋਂ ਬਾਅਦ ਆਪਣੇ ਸਰੀਰ ਦੀ ਬਹੁਤ ਸਾਰੀ ਸ਼ਕਤੀ ਇਸਤੇਮਾਲ ਵੀ ਇਹੀ ਕਰ ਜਾਂਦਾ ਹੈ। ਤੇ ਇਹਦੇ ਨਾਲ ਹੁੰਦਾ ਕੀ ਆ ਕਿ ਆਪਣਾ ਸਰੀਰ, ਮਤਲਬ ਚਾਹੇ ਆਪਾਂ ਕੋਵਿਡ ਜਿੱਤ ਗਏ, ਪਰ ਉਦੋਂ ਬਾਅਦ ਆਪਣੀ ਜਿਹੜੀ ਆਹ ਪ੍ਰਤੀਰੋਧਤਾ ਪ੍ਰਣਾਲੀ ਹੈ, ਇਹ ਇੱਕ ਵਾਰੀ ਲਈ ਕਮਜ਼ੋਰ ਪੈ ਜਾਂਦੀ ਆ। ਜਿਵੇਂ ਹੀ ਹੁਣ ਮਤਲਬ ਜਿਹੜਾ ਬੰਦਾ ਕੋਵਿਡ ਤੋਂ ਠੀਕ ਹੋਇਆ, ਉਹਦਾ ਇੱਕ ਵਾਰੀ ਇਮਿਊਨ ਸਿਸਟਮ ਜਾਂ ਪ੍ਰਤੀਰੋਧਤਾ ਪ੍ਰਣਾਲੀ ਕਮਜ਼ੋਰ ਪੈ ਜੂਗੀ, ਉਹਨੂੰ ਨਾ ਹੋਰ ਬਿਮਾਰੀਆਂ ਉਸ ਟਾਈਮ ਲੱਗ ਸਕਦੀਆਂ ਹੁੰਦੀਆਂ। ਤਾਂ ਇਸੇ ਦੀ ਚੀਜ਼ ਵਿੱਚ ਹੋ ਕੀ ਰਿਹਾ, ਜਿਹੜਾ ਥੋੜਾ ਆਹ ਬਲੈਕ ਫੰਗਸ ਹੈ ਤੁਹਾਡੀ, ਇਹ ਹੁਣ ਹਰ ਬੰਦੇ ਦੇ ਅੰਦਰ ਵੀ ਹੈ, ਆਪਣੇ ਆਸ-ਪਾਸ ਜਿੱਥੇ ਵੀ ਮਿੱਟੀ, ਮਤਲਬ ਆਪਣੇ ਹਰ ਮਿੱਟੀ ਦੇ ਅੰਦਰ ਵੀ ਹੈ, ਆਪਾਂ ਆਪਣੇ ਫਲ ਫਰੂਟਾਂ ਦੇ ਅੰਦਰ ਵੀ ਹੈ, ਤਾਂ ਹਰ ਜਗ੍ਹਾ ਇਹ। ਤਾਂ ਹੁੰਦਾ ਕੀ ਹੈ, ਜੇ ਆਪਾਂ ਇਹਦੇ
ਕਿਸੇ ਵੀ ਤਰੀਕੇ ਨਾਲ ਇਹਦੇ ਸੰਪਰਕ ਵਿੱਚ ਆ ਗਈ ਜਾਂ ਇਹ ਅਚਾਨਕ ਹੀ ਆਪਣੇ ਸਰੀਰ ਦੇ ਅੰਦਰ ਫੈਲਣਾ ਸ਼ੁਰੂ ਹੋ ਗਿਆ, ਇਹ ਬਿਮਾਰੀ ਦਾ ਨਾ ਇਲਾਜ ਨਹੀਂ ਹੈ। ਠੀਕ ਹੈ, ਇਹਨੂੰ ਕਿਸ ਤਰੀਕੇ ਨਾਲ ਰੋਕਿਆ ਥੋੜਾ ਬਹੁਤਾ ਜਾ ਸਕਦਾ ਹੈ, ਪਰ ਉਹ ਰੋਕਣ ਦਾ ਢੰਗ ਕੀ ਹੈ? ਹੁਣ ਇਹ ਜਿਹੜੀ ਬਿਮਾਰੀ ਹੈ ਨਾ, ਫੈਲਦੀ ਹੀ ਜਾਂ ਅੱਖਾਂ 'ਚ, ਨੱਕ 'ਚ, ਮੂੰਹ 'ਚ ਜਾਂ ਕੰਨਾਂ 'ਚ। ਇਹਨੂੰ ਰੋਕਣ ਦਾ ਕੀ ਤਰੀਕਾ ਹੈ? ਮਤਲਬ ਇਹਨੂੰ ਜੇ ਨਾ ਰੋਕਿਆ ਜਾਵੇ ਤਾਂ ਕੀ ਹੁੰਦਾ? ਇਹ ਜਿਹੜੀ ਬਿਮਾਰੀ ਹੈ ਨਾ, ਇਹ ਕੋਵਿਡ ਤੋਂ ਵੀ ਖਤਰਨਾਕ ਹੈ ਵੈਸੇ ਆਪਣੇ ਆਪ 'ਚ। ਮਤਲਬ ਇਹ ਬਹੁਤ ਹੀ ਘੱਟ ਹੁੰਦੀ ਹੈ ਲੋਕਾਂ ਨੂੰ, ਇਹ ਆਮ ਬਿਮਾਰੀ ਨਹੀਂ ਹੈ, ਪਰ ਜੇ ਕਿਸੇ ਨੂੰ ਹੋ ਜੇ ਨਾ, ਇਹ 'ਚ ਬਚਣ ਦੇ ਚਾਂਸਸ 50% ਹੀ ਹੈ। ਕੋਵਿਡ ਵਿੱਚ ਕੀ ਹੈ, ਜਿੰਨਿਆਂ ਨੂੰ ਵੀ ਕੋਵਿਡ ਹੁੰਦਾ ਸਿਰਫ 2% ਲੋਕੀ। ਸੁਰੇਸ਼ ਜੀ ਕੁਝ ਪੁੱਛਣਾ? नहीं सर, थैंक यू सर। माइक ऑन है ना? पता सर म्यूट कर लियो। हाँ ठीक है। ਤਾਂ ਇਹ ਜਿਹੜੀ ਬਿਮਾਰੀ ਹੈ ਨਾ, ਵੈਸੇ ਕੋਵਿਡ ਵਿੱਚ ਕੀ ਹੁੰਦਾ ਕਿ ਸਿਰਫ 2% ਲੋਕਾਂ ਦੀ ਮੌਤ ਹੁੰਦੀ ਹੈ ਹਜੇ ਤੱਕ, ਇਹ ਆਪਣੇ ਵਿਗਿਆਨਕਾਂ ਨੇ ਪਤਾ ਲਗਾਇਆ। ਪਰ ਜਿਹੜੀ ਆਹ ਬਲੈਕ ਫੰਗਸ ਹੈ, ਇਹਦੇ ਅੰਦਰ 50% ਮੌਤ ਦੇ ਉਹ ਹੈ ਕਿ ਚਾਂਸ ਹੈ ਕਿ 50% ਮੌਤ ਆ ਜਾਊਗੀ। ਇਸ ਤੋਂ ਫਿਰ ਬਚਣ ਦਾ ਹੁਣ ਕੀ ਤਰੀਕਾ ਹੁੰਦਾ ਹੈ? ਮਤਲਬ ਇਹ ਹੁੰਦਾ ਕਿ ਇਹਦਾ ਨਾਮ ਬਲੈਕ ਫੰਗਸ ਪਿਆ ਕਿਉਂ ਹੈ? ਜਿਵੇਂ ਸਰੀਰ 'ਚ ਇਹ ਕਿਤੇ ਫੈਲਣੀ ਸ਼ੁਰੂ ਹੁੰਦੀ ਹੈ, ਜਿਵੇਂ ਕਿਸੇ ਦੀ ਅੱਖ ਤੇ ਫੈਲਣੀ ਸ਼ੁਰੂ ਹੋਈ, ਅੱਖ ਪੂਰੀ ਕਾਲੀ ਹੋਣੀ ਸ਼ੁਰੂ ਹੋ ਜੂਗੀ। ਤਾਂ ਹੁੰਦਾ ਕਿ ਇਹਨੂੰ ਬਚਾਉਣ ਦਾ ਸਿਰਫ ਇੱਕੋ ਤਰੀਕਾ ਹੈ ਕਿ ਉਹ ਅੱਖ ਨੂੰ ਹੀ ਕੱਢਣਾ ਪੈਂਦਾ ਹੈ। ਆਪਰੇਸ਼ਨ ਦੇ ਥਰੂ ਅੱਖ ਨੂੰ ਹੀ ਕੱਢਣਾ ਪੈਂਦਾ। ਜੇ ਅੱਖ ਨੂੰ ਨਹੀਂ ਟਾਈਮ ਸਿਰ ਕੱਢਿਆ ਜਾਂ ਕਿਸੇ ਦੇ ਕੰਨ ਦੇ ਅੰਦਰ ਫੈਲ ਗਈ, ਤਾਂ ਕੰਨ ਨੂੰ ਨਹੀਂ ਕੱਟਿਆ ਗਿਆ ਅੰਦਰੋਂ ਪੂਰਾ, ਤਾਂ ਇਹ ਪੂਰੇ ਸਰੀਰ ਦੇ ਅੰਦਰ ਫੈਲ ਕੇ ਪੂਰਾ ਸਰੀਰ ਅੰਦਰੋਂ ਗਾਲ ਦਿੰਦੀ ਹੈ। ਤਾਂ ਇਸ ਕਾਰਨ ਇਹ ਹੁਣ ਹੋਇਆ ਕੀ ਹੈ, ਹੁਣ ਇਹ ਪ੍ਰੋਬਲਮ ਕਿੱਥੇ ਬਣੀ ਹੈ, ਇਹ ਹੁਣ ਸਮੱਸਿਆ ਕਿੱਥੇ ਬਣ ਰਹੀ ਹੈ? ਇਹ ਨਾ ਹੁਣ ਤੁਹਾਡੇ ਅੱਜ ਆ ਜਿਹੜੀ ਨਿਊਜ਼ ਸੀਗੀ, ਇਹ ਤੁਹਾਡੇ ਰਾਜਸਥਾਨ ਦੀ ਨਿਊਜ਼ ਹੈ। ਰਾਜਸਥਾਨ 'ਚ ਇਹ ਇੱਕ ਮਹਾਮਾਰੀ ਦੇ ਤੌਰ ਤੇ ਰਾਜਸਥਾਨ ਨੇ ਇਹਨੂੰ ਮਹਾਮਾਰੀ ਡਿਕਲੇਅਰ ਕਰਤਾ ਹੈ। ਰਾਜਸਥਾਨ ਨੇ ਕਿਹਾ ਹੈ ਕਿ ਇੱਕ ਮਹਾਮਾਰੀ ਦੇ ਤੌਰ ਤੇ ਫੈਲ ਰਹੀ ਹੈ। ਹੁਣ ਮਹਾਮਾਰੀ ਹੁੰਦੀ ਕੀ ਹੈ? ਮਹਾਮਾਰੀ ਕੋਈ ਵੀ ਇਦਾਂ ਦੀ ਬਿਮਾਰੀ ਹੁੰਦੀ ਹੈ ਜੋ ਬਹੁਤ ਹੀ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਜਾਏ। ਕਿਸੇ ਵੀ ਬਿਮਾਰੀ ਨੂੰ ਜੋ ਅਚਾਨਕ ਹੀ ਵਧਣੀ ਸ਼ੁਰੂ ਹੋ ਜਾਏ, ਉਹਨੂੰ ਸਰਕਾਰ ਕੀ ਕਰਦੀ ਹੈ? ਉਹਨੂੰ ਮਹਾਮਾਰੀ ਦਾ ਇੱਕ ਦਰਜਾ ਦੇ ਦਿੰਦੀ ਹੈ। ਹੁਣ ਮਹਾਮਾਰੀ ਦਾ ਦਰਜਾ ਦੇਣ ਨਾਲ ਹੁੰਦਾ ਕੀ ਹੈ? ਜਿਵੇਂ ਹੀ ਮਹਾਮਾਰੀ ਦਾ ਦਰਜਾ ਕਿਸੇ ਵੀ ਬਿਮਾਰੀ ਨੂੰ ਮਿਲਦਾ ਨਾ, ਉਹਦਾ ਕੋਈ ਵੀ ਹਸਪਤਾਲ ਵਿੱਚ ਕੇਸ ਆਇਆ, ਕੋਈ ਵੀ ਮਾਮਲਾ ਦਰਜ ਹੋਇਆ, ਉਹ ਸਰਕਾਰ ਨੂੰ ਰੋਜ਼ ਦੇ ਰੋਜ਼ ਦੱਸਣਾ ਜ਼ਰੂਰੀ ਹੁੰਦਾ, ਤਾਂ ਕਿ ਸਰਕਾਰ ਲਗਾਤਾਰ ਨਜ਼ਰ ਰੱਖ ਸਕੇ ਕਿ ਇਹ ਬਿਮਾਰੀ ਕਿਸ ਹੱਦ ਤੱਕ ਵੱਧ ਰਹੀ ਹੈ। ਠੀਕ ਹੈ, ਕਿਉਂਕਿ ਮਹਾਮਾਰੀ ਨੂੰ ਟਾਈਮ ਸਿਰ ਨਹੀਂ ਦੇਖਿਆ ਗਿਆ ਤੇ ਕਰਦੇ ਕਰਦੇ ਬਹੁਤ ਵੱਡੇ ਇਲਾਕੇ ਤੱਕ ਫੈਲ ਜਾਂਦੀ ਹੈ। ਤਾਂ ਇਹਨਾਂ ਨੂੰ ਸਟਾਰਟਿੰਗ 'ਚ ਹੀ ਇੱਕ ਅਹੁਦਾ ਦੇ ਦਿੱਤਾ ਜਾਂਦਾ, ਇੱਕ ਸਟੇਟਸ ਦੇ ਦਿੱਤਾ ਜਾਂਦਾ ਕਿ ਤੁਸੀਂ ਮਹਾਮਾਰੀ ਦੀ ਜਿਹੜੀ ਵੀ ਕੈਟਾਗਰੀ 'ਚ ਕੋਈ ਵੀ ਬਿਮਾਰੀ ਪਊਗੀ, ਕੋਈ ਵੀ ਮਹਾਮਾਰੀ 'ਚ ਪਊਗਾ, ਉਹਨੂੰ ਨਾਲ ਦੀ ਨਾਲ ਸਰਕਾਰਾਂ ਨੂੰ ਹੁਣ ਦੱਸਣਾ ਪੈਂਦਾ, ਸਾਰੇ ਹਸਪਤਾਲਾਂ ਨੂੰ, ਕਿ ਕੋਈ ਵੀ ਕੇਸ ਆਇਆ ਦੱਸੋ ਸਾਨੂੰ। ਠੀਕ ਹੈ, ਇਹਨੂੰ ਇੰਗਲਿਸ਼ 'ਚ ਕਹਿੰਦੇ ਆ ਐਪੀਡੈਮਿਕ। ਹੁਣ ਆਹ ਮੈਂ ਤੁਹਾਨੂੰ ਦੋ ਵਰਡ ਇੱਥੇ ਦੱਸਣਾ ਚਾਹੁੰਦਾ, ਦੋ ਸ਼ਬਦ ਦੱਸਣਾ ਚਾਹੁੰਦਾ। ਮਹਾਮਾਰੀ ਹੁੰਦੀ ਹੈ ਐਪੀਡੈਮਿਕ। ਮਹਾਮਾਰੀ ਇਦਾਂ ਦੀ ਬਿਮਾਰੀ ਨੂੰ ਬੋਲਿਆ ਜਾਂਦਾ ਜੋ ਕਿਸੇ ਇੱਕ ਇਲਾਕੇ ਵਿੱਚ ਫੈਲੀ ਹੋਊਗੀ। ਠੀਕ ਹੈ, ਇੱਕ ਇਲਾਕੇ ਦਾ ਮਤਲਬ ਹੋ ਸਕਦਾ ਕੋਈ ਇੱਕ ਡਿਸਟ੍ਰਿਕਟ ਵੀ ਹੋ ਸਕਦਾ, ਕੋਈ ਆਪਣਾ ਜ਼ਿਲ੍ਹਾ ਵੀ ਹੋ ਸਕਦਾ, ਕੋਈ ਆਪਣੀ ਸਟੇਟ ਵੀ ਹੋ ਸਕਦੀ ਹੈ, ਜਾਂ ਆਪਣਾ ਪੂਰਾ ਦੇਸ਼ ਹੋ ਸਕਦਾ। ਪਰ ਇਹ ਹਜੇ ਪੂਰੀ ਦੁਨੀਆ ਵਿੱਚ ਨਹੀਂ ਫੈਲੀ। ਜਿਵੇਂ ਜਦੋਂ ਤੁਹਾਡਾ ਕਰੋਨਾ ਸ਼ੁਰੂ ਹੋਇਆ ਸੀ, ਜਦੋਂ ਕੋਵਿਡ ਸ਼ੁਰੂ ਹੋਇਆ ਸੀ, ਇਹ ਸਿਰਫ ਚੀਨ ਵਿੱਚ ਫੈਲਿਆ ਸੀ, ਚੀਨ ਦੇ ਵੀ ਵੁਹਾਨ ਦੇ ਅੰਦਰ ਫੈਲਿਆ ਸੀ। ਠੀਕ ਹੈ, ਤਾਂ ਹੁਣ ਉਦੋਂ ਉਸ ਬਿਮਾਰੀ ਨੂੰ ਪਿਛਲੇ ਸਾਲ ਜਨਵਰੀ ਵਿੱਚ ਉਸ ਬਿਮਾਰੀ ਨੂੰ ਨਾ ਐਪੀਡੈਮਿਕ ਹੀ ਕਿਹਾ ਗਿਆ ਸੀ ਕਿ ਇਹ ਚਾਈਨਾ ਵਿੱਚ ਬਿਮਾਰੀ ਬਹੁਤ ਫੈਲੀ ਹੈ, ਜਨਵਰੀ ਪਿਛਲੇ ਸਾਲ ਦੇ ਜਨਵਰੀ ਦੇ। ਪਰ ਹੋਇਆ ਕਿ ਉਸ ਤੋਂ ਬਾਅਦ ਜਿਵੇਂ ਹੀ ਫਰਵਰੀ ਮਾਰਚ ਆਇਆ, ਸਾਰੇ ਦੁਨੀਆ 'ਚ ਕੇਸ ਆਉਣ ਲੱਗ ਗਏ। ਫਿਰ ਕੀ ਹੁੰਦਾ, ਫਿਰ ਨਾ ਇਹਦਾ ਲੈਵਲ ਵਧਾ ਦਿੱਤਾ ਜਾਂਦਾ। ਫਿਰ ਅਗਲਾ ਜਿਹੜਾ ਇਹਦੇ ਲਈ ਵਰਡ ਯੂਜ਼ ਕੀਤਾ ਜਾਂਦਾ ਹੈ, ਜਿਹੜਾ ਸ਼ਬਦ ਯੂਜ਼ ਕੀਤਾ ਜਾਂਦਾ ਹੈ, ਉਹਨੂੰ ਕਹਿੰਦੇ ਆ ਸਰਪ ਵਿਆਪੀ ਮਹਾਮਾਰੀ। ਸਰਪ ਵਿਆਪੀ ਮਹਾਮਾਰੀ ਹੋ ਗਈ ਹੈ। ਠੀਕ ਹੈ, ਜਿਹਨੂੰ ਇੰਗਲਿਸ਼ 'ਚ ਤੁਸੀਂ ਹੁਣ ਪੈਂਡੈਮਿਕ। ਠੀਕ ਹੈ, ਜਿਵੇਂ ਹੁਣ ਆਪਾਂ ਕੋਵਿਡ ਨੂੰ ਕਹਿੰਦੇ ਕਿ ਪੂਰੀ ਦੁਨੀਆ 'ਚ ਇੱਕ ਪੈਂਡੈਮਿਕ ਆ, ਸਰਬ ਵਿਆਪੀ ਮਹਾਮਾਰੀ ਆ ਉਹ ਇੱਕ। ਠੀਕ ਹੈ, ਜਿਹੜਾ ਕਿਸੇ ਇੱਕ ਦੇਸ਼ ਜਾਂ ਕਿਸੇ ਇੱਕ ਇਲਾਕੇ ਵਿੱਚ ਫੈਲਿਆ ਹੁੰਦਾ, ਉਹਨੂੰ ਆਪਾਂ ਸਿਰਫ ਮਹਾਮਾਰੀ ਕਹਿੰਦੇ ਆ। ਤਾਂ ਇਹ ਹੁਣ ਇੱਕ ਖਤਰਾ ਬਣ ਰਿਹਾ। ਹਜੇ ਸਿਰਫ ਆਪਣੇ ਭਾਰਤ ਦੀਆਂ ਦੋ ਹੀ ਰਾਜ ਹੈ ਜਿੱਥੇ ਫੈਲੀ ਹੈ,
ਉਹ ਹੈਗਾ ਇੱਕ ਤੁਹਾਡਾ ਮਤਲਬ ਜਿੱਥੋਂ ਕੇਸ ਆ ਰਹੇ ਆ, ਇੱਕ ਤੁਹਾਡਾ ਮਹਾਰਾਸ਼ਟਰ ਹੈ ਤੇ ਇੱਕ ਰਾਜਸਥਾਨ ਹੈ। ਪਰ ਜੇ ਕੇਸ ਵੱਧਦੇ ਆ ਤਾਂ ਹੋਰ ਵੀ ਆਪਾਂ ਨੂੰ ਦੇਖਣਾ ਪੈਣਾ ਕਿ ਇਸ ਚੀਜ਼ ਨੂੰ ਕਿੱਦਾਂ ਸੰਭਾਲਿਆ ਜਾ ਸਕਦਾ, ਕਿੱਦਾਂ ਆਪਾਂ ਇਸ ਚੀਜ਼ ਨੂੰ ਵਾਪਸ ਕਾਬੂ ਵਿੱਚ ਲਿਆ ਸਕਦੇ ਹਾਂ। ਠੀਕ ਹੈ, ਕਿਉਂਕਿ ਬਿਮਾਰੀ ਬਹੁਤ ਪੁਰਾਣੀ ਹੈ, ਬਸ ਕੋਈ ਕਦੀ ਖਤਰਾ ਨਹੀਂ ਸੀ ਇਹ ਤੋਂ ਪਹਿਲਾਂ। ਇਹ ਹੁਣ ਅਚਾਨਕ ਹੀ ਜਿਨ੍ਹਾਂ ਨੂੰ ਕੋਵਿਡ ਹੋ ਕੇ ਹਟਿਆ ਤੇ ਬਹੁਤ ਹੀ ਸੰਗੀਨ ਹੋ ਕੇ ਹਟਿਆ, ਉਹਨਾਂ ਲਈ ਇਹ ਖਤਰਾ ਹੈ, ਬਾਕੀਆਂ ਲਈ ਹਜੇ ਵੀ ਇਹ ਖਤਰਾ ਨਹੀਂ ਹੈ। ਜਿਹੜਾ ਦੂਜਾ ਅੱਜ ਆਪਣਾ ਕਰੰਟ ਅਫੇਅਰ ਹੈ ਉਹ ਹੈਗਾ ਆਪਣੇ ਯੂਨੈਸਕੋ ਦੇ ਵਿਸ਼ਵ ਵਿਰਾਸਤ ਸਥਾਨਾਂ ਬਾਰੇ। ਠੀਕ ਹੈ, ਵਿਸ਼ਵ ਵਿਰਾਸਤ ਸਥਾਨਾਂ ਬਾਰੇ। ਹੁਣ ਆਪਣੀ ਵਿਰਾਸਤ ਹੁੰਦੀ ਕੀ ਹੈ, ਕਿ ਕਿਹੜੀ ਚੀਜ਼ ਹੈ ਜਿਹੜੀ ਆਪਣੀ ਇਨਸਾਨਾਂ ਦੀ ਵਿਰਾਸਤ ਆ। ਦੇਖੋ, ਵਿਰਾਸਤ ਦੋ ਤਰੀਕੇ ਦੀ ਹੋ ਸਕਦੀ ਆ। ਇੱਕ ਵਿਰਾਸਤ ਹੁੰਦੀ ਹੈ ਜਿਹੜੀ ਸੱਭਿਆਚਾਰਕ ਆ, ਕਿਤੇ ਨਾ ਕਿਤੇ ਆਪਣੇ ਸੱਭਿਆਚਾਰ, ਆਪਣੇ ਭਾਰਤ ਦੇ ਸੱਭਿਆਚਾਰ, ਆਪਣੇ ਕਿਤੇ ਕਿਸੇ ਵੀ ਇਲਾਕੇ ਦੇ ਸੱਭਿਆਚਾਰ ਲਈ ਬਹੁਤ ਹੀ ਜ਼ਰੂਰੀ ਚੀਜ਼ ਆ। ਠੀਕ ਹੈ, ਦੂਜੀ ਚੀਜ਼ ਹੈ ਜਿਹੜੀ ਕੁਦਰਤ ਨਾਲ ਜੁੜੀ ਹੋਈ ਹੈ। ਹੁਣ ਆਪਣੀ ਧਰਤੀ ਕਿੱਦਾਂ ਬਣੀ ਸੀ, ਕੋਈ ਧਰਤੀ ਉੱਤੇ ਬੇਮਿਸਾਲ ਕੋਈ ਬਹੁਤ ਹੀ ਸੋਹਣੀ ਜਗ੍ਹਾ ਹੈ, ਕੋਈ ਬਹੁਤ ਹੀ ਸੋਹਣਾ ਤਲਾਬ ਆ, ਕੋਈ ਬਹੁਤ ਹੀ ਸੋਹਣਾ ਜੰਗਲ ਹੈ, ਉਹ ਤੇ ਉਸ ਇਲਾਕੇ ਨੂੰ ਬਚਾ ਕੇ ਰੱਖਣਾ ਜ਼ਰੂਰੀ ਹੈ। ਤਾਂ ਹੁੰਦਾ ਕੀ ਹੈ, ਕੋਈ ਵੀ ਦੇਸ਼ ਜਿਹੜਾ ਚਾਹੁੰਦਾ ਹੈ ਕਿ ਮੇਰੇ ਇਸ ਇਲਾਕੇ ਨੂੰ ਦੁਨੀਆ ਤੇ ਮਾਨਤਾ ਦਿੱਤੀ ਜਾਵੇ ਤੇ ਮੈਂ ਇਸ ਇਲਾਕੇ ਨੂੰ ਬਚਾਉਂਗਾ, ਜਾਂ ਆਹ ਜਿਹੜੇ ਆਪਣੇ ਸੱਭਿਆਚਾਰ ਦੀ ਚੀਜ਼ ਹੈ ਇਹਨੂੰ ਬਚਾਉਂਗਾ, ਉਹ ਦੇਸ਼ ਕੀ ਕਰ ਸਕਦਾ ਹੈ? ਉਹ ਦੇਸ਼ ਨਾ ਜਿਹੜੀ ਆ ਥੋੜੀ ਯੂਨੈਸਕੋ ਦੀ ਜਿਹੜੀ ਆਪਾਂ ਹੁਣੇ ਯੂਨੈਸਕੋ ਕੀ ਹੈ, ਸਭ ਤੋਂ ਪਹਿਲਾਂ ਤਾਂ ਯੂਨੈਸਕੋ ਨਾ ਇੱਕ ਅੰਤਰਰਾਸ਼ਟਰੀ ਬੋਡੀ ਬਣਾਈ ਹੋਈ ਹੈ ਜਿਹਦਾ ਕੰਮ ਹੈ ਤੁਹਾਡੇ ਵਿਗਿਆਨਕ, ਸੱਭਿਆਚਾਰਕ, ਇਹ ਸਾਰੇ ਚੀਜ਼ਾਂ ਦਾ ਕੰਮ ਕਰਨਾ। ਠੀਕ ਹੈ, ਤੇ ਦੁਨੀਆ ਭਰ ਵਿੱਚ ਜਿਹੜਾ ਆਪਣਾ ਸੱਭਿਆਚਾਰ ਹੈ ਉਹਨੂੰ ਅੱਗੇ ਵਧਾਉਣਾ, ਉਹਨੂੰ ਕਿਸ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਕਰਨਾ। ਲੋਕ ਦੁਨੀਆ ਭਰ ਵਿੱਚ ਜਿਹੜੀ ਤੁਹਾਡੀ ਐਜੂਕੇਸ਼ਨ ਹੈ, ਠੀਕ ਹੈ, ਇਹ ਫੈਲਾਉਣਾ, ਜਾਗਰੂਕਤਾ ਫੈਲਾਉਣਾ, ਇਹ ਸਾਰਾ ਕੁਝ ਇਹਦਾ ਕੰਮ ਹੈ। ਤਾਂ ਯੂਨੈਸਕੋ ਕਰਦਾ ਕੀ ਹੈ? ਹੁਣ ਯੂਨੈਸਕੋ 'ਚ ਕਰਨਾ ਕੀ ਹੁੰਦਾ, ਜਿਹੜਾ ਵੀ ਦੇਸ਼ ਹੈ ਜਿਹੜਾ ਚਾਹੁੰਦਾ ਹੈ, ਜਿਵੇਂ ਆਪਾਂ ਇੰਡੀਆ ਵਿੱਚ ਜਿਹੜਾ ਆਪਣਾ ਜਿਵੇਂ ਤਾਜ ਮਹਿਲ ਹੈ, ਆਪਾਂ ਤਾਜ ਮਹਿਲ, ਆਪਣਾ ਜਿਹੜਾ ਤਾਜ ਮਹਿਲ ਹੈ ਨਾ, ਯੂਨੈਸਕੋ ਵਿਸ਼ਵ ਵਿਰਾਸਤ ਸਥਾਨਾਂ ਵਿੱਚੋਂ ਇੱਕ ਹੈਗਾ ਜਿਹੜਾ ਮਸ਼ਹੂਰ ਹੈ। ਠੀਕ ਹੈ, ਉਹ ਵੀ ਇੱਕ ਵਿਰਾਸਤ ਦੇ ਸਥਾਨਾਂ ਤੇ ਮਸ਼ਹੂਰ ਹੈ। ਹੁਣ ਤਾਜ ਮਹਿਲ ਆਪਣੇ ਲਈ ਇੱਕ ਵਿਰਾਸਤ ਕਿੱਦਾਂ? ਦੇਖੋ, ਭਾਰਤ ਲਈ ਇੱਕ ਤਾਜ ਮਹਿਲ ਬਣਾਉਣਾ, ਉਹਦਾ ਜਿਹੜਾ ਪੂਰਾ ਕੱਲਾ ਕੱਲਾ ਪੱਥਰ ਕਿਤੋਂ ਲਿਆਇਆ ਗਿਆ, ਜਿਹੜੀ ਪਿੱਛੋਂ ਦੀ ਯਮੁਨਾ ਮੋੜ ਕੇ ਪਿੱਛੋਂ ਲਿਆਈ ਗਈ, ਇਹ ਆਪਣੇ ਆਪ 'ਚ ਇੱਕ ਭਾਰਤ ਦੀ ਪੂਰੀ ਸੱਭਿਅਤਾ, ਕਿੱਦਾਂ ਆਪਾਂ ਕਿਸ ਪੀਰੀਅਡ ਤੋਂ ਕਿਸ ਪੀਰੀਅਡ 'ਚ ਆਏ ਹਾਂ, ਆਪਾਂ ਕਿੱਦਾਂ ਓਵਰ ਦਾ ਟਾਈਮ ਗਰੋ ਕੀਤੇ ਆ, ਕਿੱਦਾਂ ਆਪਾਂ ਵੱਧਦੇ ਆਏ ਹਾਂ, ਉਹ ਸਾਰੀ ਚੀਜ਼ ਨੂੰ ਦਰਸਾਉਂਦਾ। ਤਾਂ ਆਪਾਂ ਕੀ ਕੀਤਾ, ਆਪਣੇ ਭਾਰਤ ਦੇਸ਼ ਨੇ ਯੂਨੈਸਕੋ ਦੀ ਇੱਕ ਕਮੇਟੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਵਿਸ਼ਵ ਵਿਰਾਸਤ ਕਮੇਟੀ। ਵਿਸ਼ਵ ਵਿਰਾਸਤ ਕਮੇਟੀ। ਤੇ ਵਿਸ਼ਵ ਵਿਰਾਸਤ ਕਮੇਟੀ ਕੀ ਕਰਦੀ ਹੈ, ਆਪਾਂ ਨੂੰ ਐਜ਼ ਅ ਭਾਰਤ, ਆਪਣੇ ਦੇਸ਼ ਨੂੰ, ਆਪਾਂ ਕੋਈ ਵੀ ਚੀਜ਼ ਚਾਹੁੰਦੇ ਆ ਕਿ ਇਸ ਚੀਜ਼ ਨੂੰ ਵੀ ਤੁਸੀਂ ਮਾਨਤਾ ਦਿਓ, ਆਪਾਂ ਉਹਦਾ ਨਾਮ, ਉਹਦੀ ਸਾਰੀ ਡਿਟੇਲ, ਮਤਲਬ ਕਿਹੜੀ ਉਹਦੀ ਬਾਉਂਡਰੀ ਬਣਾਉਣੀ ਹੈ, ਠੀਕ ਹੈ, ਕਿਹੜੀ ਉਹਦੀ ਸਰਹੱਦਾਂ ਬਣਾਉਣੀ ਹੈ, ਕਿਹੜੀ ਕਿਹੜੀ ਚੀਜ਼ਾਂ ਉਹ 'ਚ ਆਪਾਂ ਜੋੜਨੀਆਂ, ਉਹ ਇੱਕ ਪੂਰੀ ਚੀਜ਼ ਬਣਾ ਕੇ ਆਪਾਂ ਇਸ ਕਮੇਟੀ ਨੂੰ ਦੇ ਦਿੰਦੇ ਹਾਂ। ਇਹ ਕਮੇਟੀ ਦੇ ਅੰਦਰ ਕੁੱਲ 21 ਮੈਂਬਰ ਹੁੰਦੇ ਆ, ਹਰ ਸਾਲ ਚੁਣੇ ਜਾਂਦੇ ਆ। ਠੀਕ ਹੈ, ਅੱਡ-ਅੱਡ ਦੇਸ਼, ਇਹ 21 ਮਤਲਬ ਦੇਸ਼ ਹੈ। ਤਾਂ ਇਹ ਸਾਰੇ ਸਾਲ 'ਚ ਇੱਕ ਵਾਰੀ ਮਿਲਣਗੇ, ਜਿੰਨੇ ਵੀ ਪੂਰੇ ਦੁਨੀਆ ਦੇ ਦੇਸ਼ਾਂ ਵੱਲੋਂ ਜਿਹੜੇ ਜਿਹੜੇ ਪ੍ਰਸਤਾਵ ਆਏ ਆ, ਸਾਰਿਆਂ ਉੱਤੇ ਵਿਚਾਰ ਕੀਤਾ ਜਾਊਗਾ। ਹੁਣ ਵਿਚਾਰ ਤੋਂ ਬਾਅਦ ਐਂਡ ਵਿੱਚ ਜਿਹੜੇ ਜਿਹੜੇ ਉਹਨਾਂ ਨੂੰ ਲੱਗਦੇ ਆ ਕਿ ਜਾਂ ਤਾਂ ਆਪਣੇ ਸੱਭਿਆਚਾਰ ਲਈ ਜ਼ਰੂਰੀ ਹੈ ਜਾਂ ਆਪਣੇ ਕੁਦਰਤ ਲਈ ਜ਼ਰੂਰੀ ਹੈ, ਜਿਵੇਂ ਆਪਣੇ ਨਾ ਇੱਕ ਪਹਾੜ ਇੰਡੀਆ ਵਿੱਚ ਕੰਚਨਜੰਗਾ, ਠੀਕ ਹੈ, ਜਾਂ ਜਿਹੜੇ ਆਪਣੇ ਪੱਛਮੀ ਬੰਗਾਲ ਵਿੱਚ ਉਹ ਆ ਸੁੰਦਰਬੰਸ ਦੇ ਜੰਗਲ, ਉਹਨਾਂ ਨੂੰ ਆਪਾਂ ਮਾਨਤਾ ਦਵਾਈ ਹੋਈ ਆ। ਹੁਣ ਇਦਾਂ ਦੇ ਸੁੰਦਰਬੰਸ ਆਪਣੇ ਆਪ 'ਚ ਇੱਕ ਬਹੁਤ ਹੀ ਅੱਡ ਇਲਾਕਾ ਹੈ, ਉੱਥੇ ਜਿਹੜਾ ਮਤਲਬ ਆਪਣਾ ਜਿਵੇਂ ਬੰਗਾਲ ਦਾ ਬੰਗਾਲ ਟਾਈਗਰ ਹੈ, ਠੀਕ ਹੈ, ਉਹ ਵੀ ਉੱਥੇ ਪਾਇਆ ਜਾਂਦਾ ਹੈ। ਠੀਕ ਹੈ, ਜਿਹੜਾ ਆਪਣਾ ਬਾਗ ਹੈ
ਉਹ ਵੀ ਉੱਥੇ ਪਾਇਆ ਜਾਂਦਾ ਹੈ, ਉੱਥੇ ਹੀ ਜ਼ਿਆਦਾਤਰ ਰਹਿੰਦਾ। ਹੋਰ ਵੀ ਬਹੁਤ ਸਾਰੇ ਇਦਾਂ ਦੇ ਪੇੜ ਤੇ ਉਹ ਚੀਜ਼ਾਂ ਜਿਹੜੀਆਂ ਉੱਥੇ ਪਾਈਆਂ ਜਾਂਦੀਆਂ। ਇਸ ਕਾਰਨ ਉਸ ਇਲਾਕੇ ਨੂੰ ਆਪਾਂ ਇਹ ਮਾਨਤਾ ਦਵਾਈ ਹੋਈ ਹੈ। ਹੁਣ ਆਪਾਂ ਕਦੀ ਵੀ ਚਾਹੁੰਦੇ ਆ ਤਾਂ ਇਹ ਕਿਸੇ ਹੋਰ ਚੀਜ਼ ਨੂੰ ਵੀ ਆਪਾਂ ਮਾਨਤਾ ਦਵਾ ਸਕਦੇ ਹਾਂ। ਦੁਨੀਆ ਵਿੱਚ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੇ ਦੇਸ਼ਾਂ ਦੀ ਜਗ੍ਹਾਵਾਂ ਨੂੰ ਮਾਨਤਾ ਮਿਲੀ ਹੋਈ ਹੈ ਉਹ ਹੈਗਾ ਇੱਕ ਤੁਹਾਡਾ ਇਟਲੀ ਤੇ ਇੱਕ ਹੈਗਾ ਤੁਹਾਡਾ ਚੀਨ। ਠੀਕ ਹੈ, ਆ ਲਿਖਿਆ ਹੋਇਆ ਆਹ ਵਾਲੇ ਪੁਆਇੰਟ, ਚੀਨ ਤੇ ਇਟਲੀ ਦੋਨਾਂ ਜਗ੍ਹਾ 55-55 ਹੈ। ਠੀਕ ਹੈ, ਇਹ ਉੱਥੇ ਮਾਨਤਾ ਮਿਲੀ ਹੋਈ ਹੈ ਇਹ ਦੋਨੋਂ ਦੇਸ਼ਾਂ ਨੂੰ। ਤਾਂ ਹੁਣ ਤੁਹਾਨੂੰ ਅੱਗੇ ਕਿਹੜੇ ਕੁਐਸਚਨ ਆ ਸਕਦੇ ਆ, ਮਤਲਬ ਕਿਹੜਾ ਤੁਹਾਨੂੰ ਪੇਪਰ 'ਚ ਕੋਈ MCQ ਬਣ ਕੇ ਆ ਸਕਦਾ, ਉਹ ਹੈਗਾ ਕਿ ਮੈਂ ਤੁਹਾਨੂੰ ਇੱਕ ਮੋਟਾ ਸਮਝਾਤਾ ਕਿ ਕਲਚਰਲ ਜਾਂ ਜਿਹੜਾ ਆਪਣਾ ਸੱਭਿਆਚਾਰਕ ਸੀਗਾ ਇਹ ਕੀ ਹੁੰਦਾ, ਆਪਣੇ ਕੋਈ ਵੀ ਸੱਭਿਆਚਾਰ ਨਾਲ ਜਿਹੜੀ ਚੀਜ਼ ਜ਼ਰੂਰੀ ਆ। ਹੁਣ ਇਹਦਾ ਜਿੰਨੇ ਵੀ ਆਹ ਪੁਆਇੰਟ ਹੈ ਨਾ, ਮੈਂ ਤੁਹਾਨੂੰ ਇੱਕ ਸ਼ਾਰਟ ਵਿੱਚ ਦੱਸਤਾ ਕਿ ਆਹ ਚੀਜ਼ ਮੇਨ ਉਹਦੀ ਚੀਜ਼ ਹੈ। ਇਹ ਆਪਾਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਯਾਦ ਕਰਨੀਆਂ ਹੁੰਦੀਆਂ, ਇਹਨਾਂ ਵਿੱਚੋਂ ਹੀ ਬਸ ਤੁਹਾਨੂੰ ਡਾਇਰੈਕਟ ਮਤਲਬ ਸਿੱਧਾ ਕੁਐਸਚਨ ਆ ਸਕਦਾ ਕਿ ਜਿਹੜੇ ਆਪਣੇ ਸੱਭਿਆਚਾਰਕ ਦੀ ਯੂਨੈਸਕੋ ਦੀ ਪੂਰੀ ਉਹ ਸੂਚੀ ਹੈ ਉਹਦੇ ਵਿੱਚੋਂ ਇਹਨਾਂ ਵਿੱਚੋਂ ਕਿਹੜਾ ਪੁਆਇੰਟ ਲਿਖਿਆ ਹੋਇਆ ਜਾਂ ਕਿਹੜਾ ਨਹੀਂ ਲਿਖਿਆ ਹੋਇਆ, ਉਹ ਬਸ ਆਪਾਂ ਨੂੰ ਸਹੀ ਤੇ ਗਲਤ ਟਿਕ ਕਰਨੇ ਹੁੰਦੇ ਆ। ਤੇ ਇਦਾਂ ਹੀ ਨੇਚਰ ਤੇ ਇਹ ਸਾਰਾ। ਹੁਣ ਅੱਗੇ ਇਹ ਹੈ ਕਿ ਆਪਾਂ ਨੂੰ ਕਦੀ ਕੋਈ ਸ਼ੋਧਨ ਕਰਨਾ ਹੋਵੇ, ਕੋਈ ਚੀਜ਼ ਬਦਲਣੀ ਹੋਵੇ। ਹੁਣ ਆਪਾਂ ਇੱਕ ਐਗਜ਼ਾਮਪਲ ਲੈਂਦੇ ਆ, ਹਾਂ ਇਹ ਲਗਾ ਕੇ ਚੱਲੋ ਕਿ ਕੱਲ ਤੁਸੀਂ ਹੁਣ ਸੁੰਦਰਬੰਸ ਜਿਹੜਾ ਆਪਣੇ ਜੰਗਲ ਆ, ਸੁੰਦਰਬੰਸ ਦੇ ਜੰਗਲ, ਹੁਣ ਕੱਲ ਇਹਦਾ ਕੋਈ ਨਾਮ ਬਦਲਣਾ ਚਾਹੁੰਦੇ ਹੋ। ਠੀਕ ਹੈ, ਉਹਦਾ ਜੰਗਲਾਂ ਦਾ ਤੁਸੀਂ ਨਾਮ ਬਦਲਣਾ ਚਾਹੁੰਦੇ ਹੋ, ਨਾਮ ਬਦਲਣਾ ਚਾਹੁੰਦੇ ਹੋ, ਜਾਂ ਉਹ ਜੰਗਲਾਂ ਦੀ ਹੁਣ ਤੁਸੀਂ ਸੀਮਾ ਬਦਲਣਾ ਚਾਹੁੰਦੇ ਹੋ। ਠੀਕ ਹੈ, ਸੀਮਾਵਾਂ ਬਦਲਣਾ ਚਾਹੁੰਦੇ ਹੋ, ਤਾਂ ਹੁਣ ਕਿੱਦਾਂ ਉਸ ਜਗ੍ਹਾ ਦਾ ਨਾਮ ਜਾਂ ਸੀਮਾਵਾਂ ਬਦਲੋਗੇ। ਹੁਣ ਹੁੰਦਾ ਕੀ ਹੈ, ਜਦੋਂ ਇੱਕ ਵਾਰੀ ਤੁਸੀਂ ਆ ਯੂਨੈਸਕੋ ਦੀ ਲਿਸਟ ਵਿੱਚ ਪਵਾਤਾ ਨਾ, ਉਹਨਾਂ ਦੀ ਸੂਚੀ ਵਿੱਚ ਇਹ ਨਾਮ ਪਵਾਤਾ, ਤਾਂ ਤੁਹਾਡੇ ਹੱਥ ਤੋਂ ਇਹ ਪਾਵਰ ਚਲੀ ਜਾਂਦੀ ਹੈ। ਠੀਕ ਹੈ, ਹੁਣ ਹੁਣ ਮਤਲਬ ਇੱਕ ਦੇਸ਼ ਦੇ ਤੌਰ ਤੇ ਤੁਸੀਂ ਨਹੀਂ ਉਹਦਾ ਨਾਮ ਖੁਦ ਆਪਣੇ ਵੱਲੋਂ ਬਦਲ ਸਕਦੇ। ਮਤਲਬ ਇੱਕ ਵਾਰੀ ਜਦੋਂ ਤੁਸੀਂ ਉਸ ਲਿਸਟ ਵਿੱਚ ਪਵਾਤਾ ਤਾਂ ਉਦੋਂ ਬਾਅਦ ਤੁਸੀਂ ਖੁਦ ਉਹਦਾ ਨਾਮ ਆਪਣੀ ਮਰਜ਼ੀ ਨਾਲ ਨਹੀਂ ਬਦਲ ਸਕਦੇ। ਉਦੋਂ ਬਾਅਦ ਕੀ ਹੁੰਦਾ, ਜਿਹੜੀ ਆਪਣੀ ਆਹ ਕਮੇਟੀ ਸੀ, ਇਸ ਕਮੇਟੀ ਕੋਲੇ ਇੱਕ ਬੇਨਤੀ ਪੱਤਰ ਭੇਜਣਾ ਪੈਂਦਾ ਕਿ ਅਸੀਂ ਇਸ ਜਗ੍ਹਾ ਦਾ ਨਾਮ ਜਾਂ ਇਸ ਜਗ੍ਹਾ ਦੀ ਜੋ ਵੀ ਨਵੀਂ ਸੀਮਾਵਾਂ ਉਹ ਰੱਖਣਾ ਚਾਹੁੰਦੇ ਹਾਂ। ਜੇ ਇਹ ਕਮੇਟੀ ਇਜਾਜ਼ਤ ਦਊਗੀ ਤਾਂ ਹੀ ਨਾਮ ਬਦਲਿਆ ਜਾ ਸਕਦਾ ਹੈ ਜਾਂ ਸੀਮਾਵਾਂ ਬਦਲੀਆਂ ਜਾ ਸਕਦੀਆਂ, ਨਹੀਂ ਤਾਂ ਨਹੀਂ। ਜਦ ਤੱਕ ਆਪਣੇ ਦੇਸ਼ ਨੇ ਨਹੀਂ ਦਿੱਤਾ ਉਸ ਸੂਚੀ ਵਿੱਚ ਨਾਮ। ਹਾਂਜੀ ਹਾਂਜੀ ਸਰ, ਜਿਹੜੇ 21 ਮੈਂਬਰ ਹੈਗੇ ਆ, ਹਾਂਜੀ ਸਾਰੀ ਕੰਟਰੀਆਂ ਦੇ ਵਿੱਚੋਂ ਹੋਣੇ ਆ ਜਾਂ? ਹਾਂਜੀ, ਸਾਰੀ ਕੰਟਰੀਆਂ ਵਿੱਚ ਜਿਹੜੀ ਆਪਣੀ ਹੈਗੀ ਹੈ ਨਾ ਸੰਯੁਕਤ ਰਾਸ਼ਟਰ, ਯੂਨਾਈਟਿਡ ਨੇਸ਼ਨਸ, ਹਾਂਜੀ, ਉਹਦੇ ਵਿੱਚੋਂ ਹਰ ਸਾਲ ਮਤਲਬ ਹਰ ਸਾਲ 21 ਨਵੇਂ ਮੈਂਬਰ ਚੁਣੇ ਜਾਂਦੇ ਇਹਦੇ ਅੰਦਰ। ਤਾਂ ਹਰ ਸਾਲ ਸਾਰਿਆਂ ਦਾ ਮਤਲਬ ਸਾਰਿਆਂ ਦੀ ਵਾਰੀ ਕੀਤੀ ਹੋਈ ਹੈ ਕਿ ਇਸ ਸਾਲ ਇਹਦਾ ਨੰਬਰ ਆਊਗਾ, ਇਸ ਸਾਲ ਇਹਦਾ ਨੰਬਰ ਆਊਗਾ, ਇਦਾਂ ਸਾਰੇ ਦੇਸ਼ਾਂ ਦਾ ਨੰਬਰ ਲੱਗਦਾ ਉਹਦੇ ਅੰਦਰ। ਓਕੇ, ਠੀਕ ਹੈ, ਤਾਂ ਇਹ ਕੋਈ ਵੀ ਜਿਹੜੀ ਆਪਾਂ ਚੀਜ਼ ਬਦਲਣੀ ਹੈ ਉਹ ਇਸ ਕਮੇਟੀ ਤੋਂ ਬਿਨਾਂ ਪੁੱਛੇ ਨਹੀਂ ਬਦਲੀ ਜਾ ਸਕਦੀ। ਹੁਣ ਲਾਸਟ ਵਿੱਚ ਜਿਹੜੀ ਇਸੇ ਚੀਜ਼ ਦਾ ਜਿਹੜਾ ਆਖਰੀ ਚੀਜ਼ ਹੈ ਉਹ ਹੈਗਾ ਕਿ ਕਈ ਵਾਰੀ ਕੀ ਹੁੰਦਾ, ਹੁਣ ਕਿਤੇ ਕੋਈ ਇਦਾਂ ਦੀ ਆਪਣੀ ਬਹੁਤ ਹੀ ਇਤਿਹਾਸਕ ਜਗ੍ਹਾ ਹੈ, ਹੁਣ ਕਈ ਵਾਰੀ ਨਾ ਉਹ ਜਗ੍ਹਾ ਖਤਰੇ 'ਚ ਆ ਜਾਂਦੀ ਹੈ ਕਿ ਕਿਤੇ ਉੱਥੇ ਕੋਈ ਯੁੱਧ ਹੋ ਰਿਹਾ ਜਾਂ ਕੋਈ ਉੱਥੇ ਕੁਦਰਤੀ ਆਫਤ ਆ ਗਈ ਆ ਜਾਂ ਕੋਈ ਉੱਥੇ ਪ੍ਰਦੂਸ਼ਣ ਹੋ ਰਿਹਾ। ਹੁਣ ਕੋਈ ਜੰਗਲ ਹੈ ਉੱਥੇ, ਜੇ ਲਗਾਤਾਰ ਆਪਾਂ ਪੇੜ ਕੱਟੀ ਜਾਵਾਂਗੇ ਜਾਂ ਉੱਥੇ ਜਾ ਕੇ ਆਪਾਂ ਸਾਰੇ ਪਲਾਸਟਿਕ ਸੁੱਟਣੇ ਸ਼ੁਰੂ ਕਰਤੇ ਜਾਂ ਕੂੜਾ ਸੁੱਟਣਾ ਸ਼ੁਰੂ ਕਰਤਾ, ਤਾਂ ਇਹਦੇ ਨਾਲ ਕੀ ਹੋਊਗਾ, ਉਹ ਤਾਂ ਪੂਰੀ ਜਗ੍ਹਾ ਹੀ ਖਰਾਬ ਹੋ ਗਈ। ਤਾਂ ਹੁਣ ਉਹ ਇਤਿਹਾਸਕ ਬਚੀ ਕਿੱਦਾਂ, ਆਪਾਂ ਤਾਂ ਉਹਨੂੰ ਬਚਾ ਕੇ ਰੱਖਣਾ ਨਾ, ਉਹ ਹੁਣ ਆਪਣੀ ਵਿਰਾਸਤ ਬਚੀ ਕਿੱਦਾਂ। ਠੀਕ ਹੈ, ਜੇ ਉਹ ਜਗ੍ਹਾ ਹੀ ਖਰਾਬ ਹੋ ਗਈ। ਤਾਂ ਹੁਣ ਹੁੰਦਾ ਕੀ ਹੈ, ਦੁਨੀਆ ਵਿੱਚ ਇਦਾਂ ਦਾ ਕੋਈ ਵੀ ਚੀਜ਼ ਹੋਵੇ ਕਿ ਕੋਈ ਇਲਾਕਾ ਹੈ ਉੱਥੇ ਕੋਈ ਇਦਾਂ ਦੀ ਜਗ੍ਹਾ ਸੀਗੀ ਤੇ ਉੱਥੇ ਯੁੱਧ ਛਿੜ ਗਿਆ ਜਾਂ ਉੱਥੇ ਪੋਲਿਊਸ਼ਨ ਹੋ ਰਿਹਾ, ਉਹ ਜਿਹੜੀ ਜਗ੍ਹਾਵਾਂ ਨਾ ਉਹਨਾਂ ਨੂੰ ਇੱਕ ਹੋਰ ਲਿਸਟ ਵਿੱਚ ਪਾ ਦਿੱਤਾ ਜਾਂਦਾ। ਠੀਕ ਹੈ, ਇਹਨੂੰ ਕਹਿੰਦੇ ਆ ਵਿਸ਼ਵ ਵਿਰਾਸਤ ਦੀ ਖਤਰੇ ਦੀ ਸੂਚੀ। ਕੋਈ ਵੀ ਵਿਰਾਸਤ ਜਿਹੜੀ ਖਤਰੇ ਵਿੱਚ ਆ। ਹੁਣ ਹੋਇਆ ਕਿਸੇ, ਜਿਵੇਂ ਅਫਗਾਨਿਸਤਾਨ ਵਿੱਚ ਜਦੋਂ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ, ਇਹ ਆਪਣੀ 90 ਦੀ ਦਸ਼ਕ ਦੀ ਗੱਲ ਹੈ, ਤਾਲਿਬਾਨ ਨੇ ਜਦੋਂ ਉੱਤੇ ਕਬਜ਼ਾ ਕਰ ਲਿਆ ਸੀ ਨਾ, ਅਫਗਾਨਿਸਤਾਨ ਇੱਕ ਬਹੁਤ ਹੀ ਪੁਰਾਣੇ ਜ਼ਮਾਨੇ ਵਿੱਚ ਨਾ ਬੁੱਧ ਧਰਮ ਦਾ ਇੱਕ ਬਹੁਤ ਵੱਡਾ ਕੇਂਦਰ ਰਿਹਾ। ਉੱਥੇ ਬਹੁਤ ਸਾਰੀਆਂ ਬੁੱਧ ਦੀਆਂ ਮੂਰਤੀਆਂ ਬਣਾਈਆਂ ਗਈਆਂ, ਬਹੁਤ ਵੱਡੀਆਂ ਵੱਡੀਆਂ ਮੂਰਤੀਆਂ, ਪੂਰੇ ਪੂਰੇ ਪਹਾੜ ਇਦਾਂ ਬੁੱਧ ਦੀ ਮੂਰਤੀ ਨਾਲ ਵੀ ਬਣਾਏ ਹੋਏ ਸੀ।
ਹੁਣ ਤਾਲੀਬਾਨ ਨੇ ਕੀ ਕੀਤਾ, ਜਿਵੇਂ ਤਾਲੀਬਾਨ ਨੇ ਕਬਜ਼ਾ ਕੀਤਾ, ਹੁਣ ਇਸਲਾਮ ਵਿੱਚ ਕਿਸੇ ਵੀ ਮੂਰਤੀ ਜਾਂ ਕਿਸੇ ਚੀਜ਼ ਨੂੰ ਪੂਜਣ ਦੀ ਉਹ ਨਹੀਂ ਹੈ, ਠੀਕ ਹੈ, ਉਹਦੇ ਰੀਤੀ ਰਿਵਾਜ ਨਹੀਂ ਹੈ। ਪਰ ਤਾਲੀਬਾਨ ਨੇ ਕਿਹਾ ਕਿ ਅਸੀਂ ਹੋਰ ਕਿਸੇ ਧਰਮ ਨੂੰ ਰਹਿਣ ਵੀ ਨਹੀਂ ਦੇਣਾ। ਤਾਂ ਉਹਨਾਂ ਨੇ ਕੀ ਕੀਤਾ, ਉਹ ਸਾਰੇ ਦੇ ਸਾਰੇ ਜਿੰਨੇ ਵੀ ਬੁੱਧ ਦੇ ਉੱਥੇ ਮੂਰਤੀਆਂ ਸੀਗੀਆਂ, ਕੋਈ ਵੀ ਉਹਨਾਂ ਦੇ ਮੰਦਿਰ ਸੀਗੇ, ਉਹ ਸਾਰੇ ਬੰਬ ਬਲਾਸਟ ਉਡਾਤੇ। ਤਾਂ ਇੱਕ ਵਾਰੀ ਅਫਗਾਨਿਸਤਾਨ ਦੇ ਇਹ ਜਿੰਨੇ ਵੀ ਜਗ੍ਹਾਵਾਂ ਸੀਗੀਆਂ ਸਾਰੀਆਂ ਇਸ ਲਿਸਟ ਵਿੱਚ ਪਾ ਦਿੱਤੀਆਂ ਗਈਆਂ ਸੀ ਕਿ ਖਤਰੇ ਵਿੱਚ ਹੈ, ਇਹਨਾਂ ਨੂੰ ਕੋਸ਼ਿਸ਼ ਕਰੋ ਬਚਾਉਣ ਦੀ। ਤਾਂ ਜਦੋਂ ਤੁਹਾਡਾ ਅਮਰੀਕਾ ਅਫਗਾਨਿਸਤਾਨ ਵਿੱਚ ਗਿਆ, ਕੁਝ ਚੀਜ਼ਾਂ ਨੂੰ, ਕੁਝ ਬਚੀਆਂ ਹੋਈਆਂ ਚੀਜ਼ਾਂ ਨੂੰ ਬਚਾਇਆ ਜ਼ਰੂਰ ਗਿਆ, ਉਹਨਾਂ ਲਈ ਅੱਡ ਤੋਂ ਮਿਊਜ਼ੀਅਮ ਵੀ ਬਣਾਏ ਗਏ ਆ, ਪਰ ਬਹੁਤ ਸਾਰੀ ਚੀਜ਼ਾਂ ਇਦਾਂ ਦੀਆਂ ਜੋ ਉਡਾ ਦਿੱਤੀਆਂ ਗਈਆਂ, ਤੇ ਬਹੁਤ ਹੀ ਸੋਹਣੀਆਂ ਬੁੱਧ ਦੀਆਂ ਮੂਰਤੀਆਂ ਸੀ, ਉਹ ਸਾਰੀਆਂ ਦੀਆਂ ਸਾਰੀਆਂ ਖਤਮ ਹੋ ਗਈਆਂ, ਠੀਕ ਹੈ। ਤੇ ਇਸ ਲਈ ਆਹ ਲਿਸਟ ਇੱਕ ਅੱਡ ਤੋਂ ਬਣਾਈ ਜਾਂਦੀ ਹੈ। ਹੁਣ ਅਗਲਾ ਇੱਕ ਆਪਣਾ ਨਾ, ਆਪਣੇ ਜੀਓਗ੍ਰਾਫੀ ਦੇ ਕਈ ਵਾਰੀ ਜਦੋਂ ਕੁਐਸਚਨ ਆਉਂਦੇ ਨੇ, ਜਿਵੇਂ ਇਸ ਸਾਲ ਵੀ ਪੀਸੀਐਸ ਵਿੱਚ ਕੁਐਸਚਨ ਕੀ ਆਏ ਹੋਏ ਸੀ ਨਾ, ਆਪਣੇ ਨਾ ਕੁਝ ਪਹਾੜਾਂ ਦੇ, ਕਈ ਵਾਰੀ ਕੁਝ ਸਮੁੰਦਰ ਦੇ ਖੇਤਰਾਂ ਦੇ ਇਦਾਂ ਦੇ ਨਾ ਕੁਐਸਚਨ ਆ ਜਾਂਦੇ ਆ। ਤਾਂ ਇੱਕ ਅੱਜ ਕੁਐਸਚਨ ਆਇਆ ਹੋਇਆ, ਤਾਂ ਤੁਹਾਡੇ ਮਤਲਬ ਇੱਕ ਨਿਊਜ਼ ਆਈ ਹੋਈ ਸੀ, ਤੁਹਾਡੇ ਚੀਨ ਤੇ ਤੁਹਾਡੇ ਅਮਰੀਕਾ ਵਿੱਚ ਥੋੜੀ ਜੀ ਮੁਠਭੇੜ ਦੀ ਸਥਿਤੀ ਬਣਦੀ ਰਹਿੰਦੀ ਇਹਨਾਂ ਦੀ ਜਿਹੜੀ ਵੀ ਚੀਨ ਤੇ ਅਮਰੀਕਾ ਦੀ ਕਦੀ ਵੀ ਮੁਠਭੇੜ ਦੀ ਸਥਿਤੀ ਬਣਦੀ ਹੈ ਨਾ, ਜਿੱਥੇ ਵੀ ਇਹ ਲੜਨ ਨੂੰ ਫਿਰਦੇ ਰਹਿੰਦੇ, ਮਤਲਬ ਲੜਨ ਨੂੰ ਇਦਾਂ ਨਹੀਂ ਕਿ ਇੱਕ ਦੂਜੇ ਨੂੰ, ਵੈਸੇ ਹੀ ਦੋਨੋਂ ਆਪਣੀਆਂ ਲੜਾਕੂ ਜਹਾਜ਼ ਬਹੁਤ ਹੀ ਕੋਲੇ ਦੀ ਕੱਢਣਗੇ, ਠੀਕ ਹੈ, ਸਮੁੰਦਰੀ ਜਹਾਜ਼ ਬਹੁਤ ਕੋਲੇ ਦੀ ਕੱਢਣਗੇ। ਇਹ ਦੋ ਇਲਾਕਿਆਂ ਵਿੱਚ ਹੁੰਦੀ ਹੈ, ਜਾਂ ਤਾਂ ਆਹ ਜਿਹੜਾ ਤੁਹਾਡਾ ਈਸਟ ਚਾਈਨਾ ਸੀ ਹੈ, ਜਾਂ ਜਿਹੜਾ ਤੁਹਾਡਾ ਸਾਊਥ ਚਾਈਨਾ ਸੀ ਹੈ। ਆ ਚਾਈਨਾ ਆ ਰਿਹਾ ਤੁਹਾਡਾ, ਇਹਨਾਂ ਦੇ ਆਸ-ਪਾਸ ਇੱਥੇ ਦੋ। ਅਮਰੀਕਾ ਕੀ ਕਰਦਾ ਰਹਿੰਦਾ, ਅਮਰੀਕਾ ਨੇ ਨਾ ਗਾਰੰਟੀ ਲਈ ਹੋਈ ਹੈ ਜਾਪਾਨ ਦੀ, ਸਾਊਥ ਕੋਰੀਆ ਦੀ, ਤਾਇਵਾਨ ਦੀ, ਫਿਲੀਪੀਨਸ ਦੀ। ਆ ਜਿਹੜੇ ਤੁਹਾਡੇ ਦੇਸ਼ ਹੈ ਨਾ ਚਾਰ, ਇਹਨਾਂ ਨੂੰ ਗਾਰੰਟੀ ਦਿੱਤੀ ਹੋਈ ਹੈ ਕਿ ਤੁਹਾਡੇ ਉੱਤੇ ਕਦੀ ਵੀ ਹਮਲਾ ਹੋਇਆ ਅਸੀਂ ਤੁਹਾਡੇ ਨਾਲ ਆ ਕੇ ਲੜਾਂਗੇ। ਤਾਂ ਇਹਦੇ ਕਾਰਨ ਕੀ ਹੁੰਦਾ ਹੈ, ਇਹਦੇ ਬਦਲੇ ਜਿਹੜੇ ਦੇਸ਼ ਹੈ ਇਹ ਆਪਣੇ ਜਿੰਨੇ ਵੀ ਬੰਦਰਗਾਹ ਸਾਰੇ ਇਹਨਾਂ ਉੱਤੇ ਅਮਰੀਕਾ ਦੀਆਂ ਲੜਾਕੂ ਜਹਾਜ਼ ਉਹ ਸਾਰਿਆਂ ਨੂੰ ਆਣ ਦਿੰਦੇ ਆ, ਠੀਕ ਹੈ, ਜਿੰਨਾ ਵੀ ਬੇੜਾ ਉਹਨਾਂ ਦਾ ਪੂਰਾ ਉਹ ਸਾਰੇ ਨੂੰ ਆਣ ਦਿੰਦੇ ਆ। ਹੁਣ ਹੁੰਦਾ ਕੀ ਹੈ, ਫਿਰ ਅਮਰੀਕਾ ਜਿਹੜਾ ਨਾ ਉਹ ਚਾਈਨਾ ਨੂੰ ਲਗਾਤਾਰ ਡਰਾ ਕੇ ਰੱਖਣ ਲਈ ਆਪਣੇ ਇੱਥੋਂ ਦੀ ਪੂਰਾ ਦਾ ਪੂਰਾ ਜਿਹੜਾ ਬੇੜਾ ਨਾ ਕਦੀ ਨਾ ਕਦੀ ਇੱਥੋਂ ਕੱਢਦਾ ਹੀ ਰਹਿੰਦਾ, ਮਤਲਬ ਕਿਤੇ ਨਾ ਕਿਤੇ ਘੁਮਾਉਂਦੇ ਹੀ ਰਹਿੰਦੇ ਆ, ਠੀਕ ਹੈ। ਤਾਂ ਹੁਣ ਹੋਇਆ ਕੀ ਹੈ, ਇਹ ਪਰਸੋਂ ਹੋਇਆ ਤੇ ਕੱਲ ਚੀਨ ਨੇ ਇਹਨੂੰ ਜਾਰੀ ਕੀਤਾ ਕਿ ਚਾਈਨਾ ਦੇ ਨਾ ਬਹੁਤ ਹੀ, ਚੀਨ ਦੇ ਬਹੁਤ ਹੀ ਕੋਲੋਂ ਦੀ ਉਹਨਾਂ ਨੇ ਆਪਣਾ ਜੰਗੀ ਬੇੜਾ ਕੱਢਿਆ ਇੱਥੋਂ ਦੀ। ਹੁਣ ਆਹ ਜਿਹੜਾ ਪਤਲਾ ਜਿਹਾ ਰਸਤਾ ਹੈ ਨਾ, ਦੇਖੋ ਹੁੰਦਾ ਕੀ ਹੈ, ਦੋ ਦੇਸ਼ਾਂ ਦੇ ਵਿੱਚ ਆਹ ਇੱਕ ਵਾਰੀ ਜਿਹੜਾ ਥੋੜਾ ਸਮੁੰਦਰ ਹੈ ਪਤਲਾ ਰਸਤਾ ਰਹਿ ਗਿਆ ਨਾ, ਇਹਨੂੰ ਹੀ ਕਹਿੰਦੇ ਆ ਸਟ੍ਰੇਟ ਕਹਿੰਦੇ ਆ, ਜੇ ਪੰਜਾਬੀ ਚ ਤਣਾਅ ਜਾਂ ਜਲ ਡਮਰੂ। ਇਹ ਜਿਹੜੀ ਜਗ੍ਹਾਵਾਂ ਹੁੰਦੀਆਂ ਜਿੱਥੇ ਪਾਣੀ ਦੋ ਜ਼ਮੀਨਾਂ ਦੇ ਵਿੱਚੋਂ ਦੀ ਨਿਕਲਦਾ। ਹੁਣ ਸਟੇਟ ਹੁੰਦਾ ਕੀ ਹੈ ਕਿ ਦੋ ਸਾਈਡ ਤੇ ਕੋਈ ਵੱਡੇ ਤੁਹਾਡੇ ਸਮੁੰਦਰ ਹੋਣਗੇ, ਵਿੱਚੋਂ ਬਸ ਇੱਕ ਪਾਣੀ ਦਾ ਥੋੜਾ ਜਿਹਾ ਤੰਗ ਰਸਤਾ ਹੋਊਗਾ, ਉਸ ਰਸਤੇ ਨੂੰ ਸਟ੍ਰੇਟ ਕਹਿੰਦੇ ਆ। ਜਿਹੜਾ ਵੀ ਤੰਗ ਰਸਤਾ ਹੋਇਆ ਪਾਣੀ ਦਾ ਉਹਨੂੰ ਆਪਾਂ ਸਟ੍ਰੇਟ ਕਹਿੰਦੇ ਆ। ਤਾਂ ਇੱਥੇ ਆ ਦੇਖੋ, ਇਸ ਸਾਈਡ ਤੇ ਇੱਕ ਪਾਸੇ ਨੂੰ ਆਪਣਾ ਸਾਊਥ ਚਾਈਨਾ ਸੀ ਹੈ ਤੇ ਦੂਜੇ ਪਾਸੇ ਈਸਟ ਚਾਈਨਾ ਸੀ ਹੈ। ਇਹਦੇ ਵਿੱਚੋਂ ਜਿਹੜਾ ਆਹ ਤੰਗ ਰਸਤਾ ਹੈ, ਇਹਨੂੰ ਇਸੇ ਦੇ ਬਾਰੇ ਅੱਜ ਤੁਹਾਡੇ ਕਰੰਟ ਅਫੇਅਰ ਚ ਆਇਆ ਹੋਇਆ, ਇਹਨੂੰ ਹੀ ਕਹਿੰਦੇ ਆ ਤਾਈਵਾਨ ਸਟ੍ਰੇਟ ਜਾਂ ਤਾਈਵਾਨ ਜਲ ਡਮਰੂ, ਠੀਕ ਹੈ। ਤਾਂ ਇੱਥੋਂ ਦੀ ਕਿਉਂਕਿ ਤੁਹਾਡੇ ਅਮਰੀਕਾ ਨੇ ਆਪਣਾ ਪੂਰਾ ਜੰਗੀ ਬੇੜਾ ਕੱਢਿਆ, ਤਾਂ ਇਸ ਕਾਰਨ ਚਾਈਨਾ ਨੂੰ ਓਬਵੀਅਸਲੀ ਪਸੰਦ ਨਹੀਂ ਆਇਆ, ਚੀਨ ਨੂੰ ਇਹ ਓਬਵੀਅਸਲੀ ਪਸੰਦ ਨਹੀਂ ਆਇਆ। ਤਾਂ ਉਹਨਾਂ ਨੇ ਇਹੀ ਸ਼ਿਕਾਇਤ ਕੀਤੀ ਹੈ ਕਿ ਇੰਨੀ ਕੋਲੋਂ ਦੇ ਸਾਡੇ ਆਪਣੇ ਜੰਗੀ ਬੇੜੇ ਨਾ ਕੱਢੋ, ਠੀਕ ਹੈ। ਕਿਉਂਕਿ ਸਾਰਿਆਂ ਨੂੰ ਹੀ ਆਪਣੇ, ਜਦੋਂ ਆਪਣੇ ਵੀ ਕਈ ਵਾਰੀ ਖਬਰ ਆਉਂਦੀ ਹੈ ਕਿ ਆਪਣੇ ਚੀਨ ਨੇ ਆਪਣੇ ਕੋਲੋਂ ਦੀ ਕੋਈ ਆਪਣਾ ਜੰਗੀ ਜਹਾਜ਼ ਕੱਢੇ ਆ ਜਾਂ ਪਣਡੁੱਬੀ ਕੱਢੀ ਆ, ਆਪਣੇ ਵੀ ਖਬਰਾਂ ਇਹ ਬਹੁਤ ਵੱਡੀਆਂ ਬਣ ਜਾਂਦੀਆਂ। ਤਾਂ ਉਵੇਂ ਹੀ ਉੱਥੇ ਚੀਨ ਦੇ ਨਾਲ ਇਹ ਅਮਰੀਕਾ ਕਰਦਾ ਰਹਿੰਦਾ। ਤਾਂ ਇਹ ਸੀਗੇ ਤੁਹਾਡੇ ਅੱਜ ਦੇ ਕਰੰਟ ਅਫੇਅਰ। ਹੁਣ ਬਾਕੀ ਆਹ ਜਿਹੜਾ ਮੈਪ ਹੈ ਨਾ, ਹਮੇਸ਼ਾ ਇਸ ਮੈਪ ਨੂੰ ਜਦੋਂ ਵੀ ਕਰੰਟ ਅਫੇਅਰ 'ਚ ਕੋਈ ਵੀ ਮੈਪ ਆਊਗਾ, ਦੇਖੋ ਆਪਾਂ ਓਵਰ ਦਾ ਟਾਈਮ ਆਪਾਂ ਕਰਨਾ ਕੀ, ਆਪਾਂ ਸਾਰੇ ਮੈਪ ਯਾਦ ਕਰਨੇ ਆ।
ਪਰ ਮੈਪ ਯਾਦ ਕਰਨ ਦਾ ਬੈਸਟ ਤਰੀਕਾ ਕੀ ਹੈ ਕਿ ਜਦੋਂ ਵੀ ਕਰੰਟ ਅਫੇਅਰ 'ਚ ਕੋਈ ਵੀ ਮੈਪ ਆਊਗਾ, ਆ ਜਿੰਨੇ ਵੀ ਦੇਸ਼ ਆ ਇੱਥੇ ਆਪਾਂ ਪੜ੍ਹ ਕੇ ਰੱਖ ਲੈਣੇ ਆ। ਇਹਨਾਂ ਦੇ ਨਾਲ ਕੋਈ ਵੀ ਜਿਹੜੇ ਸਮੁੰਦਰ ਦੇ ਅੱਡ-ਅੱਡ ਹਿੱਸਿਆਂ ਦੇ ਨਾਮ ਪੈਂਦੇ ਆ ਉਹ ਆਪਾਂ ਯਾਦ ਕਰਕੇ ਰੱਖ ਲੈਣੇ ਆ। ਤਾਂ ਜਿਹੜੀ ਇਹ ਤੁਹਾਡੀ ਆਹ PDF ਹੈ, ਇਹਦੇ ਅੰਦਰ ਤੁਸੀਂ ਇਹ ਸਾਰੇ ਦੇ ਸਾਰੇ ਅੱਜ ਦੇ ਅੱਜ ਪੜ੍ਹ ਲਿਓ, ਠੀਕ ਹੈ। ਇਦਾਂ ਕਰਦੇ ਕਰਦੇ ਦੇਖੋ ਸਾਲ ਵਿੱਚ ਬਹੁਤ ਵਾਰੀ ਆ ਸੇਮ ਵੀ ਚੀਜ਼ ਆਊਗੀ ਤੇ ਹੋਰ ਵੀ ਬਹੁਤ ਸਾਰੇ ਮੈਪ ਆਣਗੇ। ਆਪਾਂ ਨੂੰ ਜਾਂਦੇ ਜਾਂਦੇ ਸਾਰੀ ਨਦੀਆਂ, ਦੇਸ਼, ਕੋਈ ਵੀ ਆਹ ਸਟ੍ਰੀਟ ਵਰਗੀਆਂ ਚੀਜ਼ਾਂ ਦੁਨੀਆ ਭਰ 'ਚ ਸਾਰੀਆਂ ਯਾਦ ਹੋ ਜਾਂਦੀਆਂ। ਬਸ ਜਿਵੇਂ ਜਿਵੇਂ ਮੈਪ ਆਉਂਦੇ ਰਹਿਣਗੇ ਪੂਰੇ ਹਫਤੇ 'ਚ ਪੜ੍ਹੋ ਤੇ ਵੀਕਐਂਡ ਤੇ ਇੱਕ ਵਾਰੀ ਬਸ ਰਿਵਾਈਜ਼ ਕਰ ਲਓ, ਠੀਕ ਹੈ। ਤੇ ਇਹਦੇ ਨਾਲ ਸਾਰੀ ਤਿਆਰੀ ਹੁੰਦੀ ਰਹੂਗੀ ਇਸ ਚੀਜ਼ ਦੀ ਵੀ। ਨਹੀਂ ਤਾਂ ਵੈਸੇ ਜੀਓਗ੍ਰਾਫੀ 'ਚ ਪੜ੍ਹੋਗੇ ਪਰ ਵੈਸੇ ਇੱਥੇ ਇੱਦਾਂ ਵੀ ਕਵਰ ਕਰ ਲਓਗੇ। ਕੋਈ ਵੀ ਡਾਊਟ ਹੋਵੇ, ਕੁਝ ਵੀ ਹੋਵੇ ਤਾਂ ਇਹ ਸੀ ਅੱਜ ਦੇ ਕਰੰਟ ਅਫੇਅਰ।